ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਉਮੈ ਗਰਭ ਨਿਵਾਰੀਐ, ਗੁਰਮੁਖ ਹਿਰਦੈ ਗਰੀਬੀ ਆਵੈ। ਗਿਆਨ ਮਤੀ ਘਟ ਚਾਨਣਾ, ਭਰਮ ਅਗਿਆਨ ਅੰਧੇਰ ਮਿਟਾਵੈ। ਹੋਏ ਨਿਮਾਣਾ ਟਹਿ ਪਵੈ, ਦਰਗਹਿ ਮਾਣ ਨਿਮਾਣਾ ਪਾਵੈ। ਖਸਮੈ ਸੋਈ ਭਾਵੰਦਾ, ਖਸਮੈ ਦਾ ਜਿਸ ਭਾਣਾ ਭਾਵੈ। ਭਾਣਾ ਮੰਨੈ ਮੰਨੀਐ, ਆਪਣਾ ਭਾਣਾ ਆਪ ਮਨਾਵੈ। ਦੁਨੀਆ ਵਿੱਚ ਪਰਾਹੁਣਾ, ਦਾਵਾ ਛੱਡ ਰਹਿ ਲਾਦਾਵੈ। ਸਾਧ ਸੰਗਤ ਮਿਲ ਹੁਕਮ ਕਮਾਵੈ, ਸਾਧ ਸੰਗਤ ਮਿਲ ਹੁਕਮ ਕਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ ਦੀਨਾ ਬੰਧੂ। ਜੋਤੀ ਸਵੈਰੂਪ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀ ਨੇ 69ਵੀਂ ਵਾਰ ਦੀ 13ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਗੁਰੂ ਕਾ ਸਿੱਖ ਕਿਵੇਂ ਸਤਿਗੁਰੂ ਦੇ ਹੁਕਮ ਨੂੰ ਮੰਨਦਾ ਹੋਇਆ ਆਪਣੇ ਜੀਵਨ ਨੂੰ ਬਸ਼ਰ ਕਰਦਾ ਹੈ ਤੇ ਸਾਧ ਸੰਗਤ ਦੇ ਵਿੱਚ ਮਿਲ ਕੇ ਗੁਰੂ ਹੁਕਮ ਦੀ ਕਮਾਈ ਕਰਦਾ ਹੈ, ਇਸ ਦਾ ਜ਼ਿਕਰ ਇਸ ਪੌੜੀ ਦੇ ਰਾਹੀਂ ਭਾਈ ਗੁਰਦਾਸ ਜੀ ਕਰ ਰਹੇ ਹਨ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਸਾਹਿਬ ਜੀ। ਹਉਮੈ ਗਰਭ ਨਿਵਾਰੀਐ, ਗੁਰਮੁਖ ਹਿਰਦੈ ਗਰੀਬੀ ਆਵੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ, ਜਿਹੜਾ ਗੁਰਮੁਖ ਹੈ, ਗੁਰੂ ਦਾ ਸਿੱਖ ਹੈ, ਹਉਮੈ ਗਰਭ ਨਿਵਾਰੀ ਹੈ। ਗੁਰਮੁਖ ਨੇ ਆਪਣੇ ਮਨ ਦੇ ਵਿੱਚੋਂ ਹਉਮੈ ਹੰਕਾਰ ਨੂੰ ਦੂਰ ਕਰ ਦਿੱਤਾ ਹੈ। ਉਹਦੇ ਹਿਰਦੇ ਦੇ ਵਿੱਚ ਨਿਮਰਤਾ ਆ ਵਸੀ ਹੈ। ਹੰਕਾਰ ਦੀ ਕਣੀ ਵੀ ਨਹੀਂ ਉਸ ਦੇ ਅੰਦਰ। ਉਹਦੇ ਹਿਰਦੇ ਵਿੱਚ ਨਿਮਰਤਾ ਹੈ। ਨਿਮਰੀ ਭਾਵ ਹੋ ਕਰਕੇ ਉਹ ਰਹਿੰਦਾ ਹੈ। ਕਿਸੇ ਵੀ ਗੱਲ ਦਾ ਉਹ ਹੰਕਾਰ ਨਹੀਂ ਕਰਦਾ, ਨਾ ਆਪਣੇ ਕਿਸੇ ਗੁਣ ਦਾ, ਨਾ ਧਨ ਦੌਲਤ ਦਾ,
ਸੰਸਾਰ ਦੀ ਕਿਸੇ ਵਡਿਆਈ ਦਾ ਵੀ ਉਹ ਹੰਕਾਰ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਇਹ ਜਿਹੜੀਆਂ ਚੀਜ਼ਾਂ ਨੇ ਸਦਾ ਰਹਿਣ ਵਾਲੀਆਂ ਨਹੀਂ, ਇਹ ਆਉਣ ਜਾਣ ਵਾਲੀਆਂ ਨੇ। ਬਾਬਾ ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਗਰਬ ਨਾ ਕੀਜੀਐ ਊਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਆਪਣਾ ਉੱਚਾ ਘਰ ਵੇਖ ਕੇ ਹੰਕਾਰ ਨਾ ਕਰ ਬੰਦਿਆ, ਅੱਜ ਨਹੀਂ ਤੇ ਕੱਲ੍ਹ ਨੂੰ ਭੋਏ ਲੇਟਣਾ, ਜ਼ਮੀਨ ਦੇ ਵਿੱਚ ਹੀ ਤੂੰ ਲੇਟਣਾ, ਭਾਵ ਮਿੱਟੀ ਵਿੱਚ ਹੀ ਮਿਲ ਜਾਣਾ ਹੈ। ਉੱਪਰ ਜਾਮੈ ਘਾਸ, ਤੇ ਉੱਤੇ ਘਾਹ ਉਗਾਉਣਾ ਹੈ। ਤੇਰੇ ਸਰੀਰ ਦੀ ਹੋਂਦ ਖਤਮ ਹੋ ਜਾਏਗੀ। ਸਮਾਂ ਪਾ ਕੇ ਹਰ ਵਸਤੂ ਸੰਸਾਰ ਦੀ ਉਹ ਖਤਮ ਹੁੰਦੀ ਹੈ। ਇਸ ਲਈ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੋ ਰੰਗ, ਮੈਂ ਬਹੁਤਾ ਸੋਹਣਾ, ਚਮੜੀ ਮੇਰੀ ਚਿੱਟੀ ਹੈ, ਇਸ ਗੱਲ ਦਾ ਹੰਕਾਰ ਨਾ ਕਰ। ਆਜ ਕਾਲ ਤਜ ਜਾਹੋਗੇ ਜਿਉਂ ਕਾਂਚੁਰੀ ਭੁਯੰਗ। ਇਹ ਸਰੀਰ ਵੀ ਛੱਡ ਦੇਣਾ ਹੈ, ਜਿਵੇਂ ਸੱਪ ਕੁੰਝ ਛੱਡ ਦਿੰਦਾ ਹੈ। ਤੋ ਹਰ ਸ਼ੈ ਸੰਸਾਰ ਦੀ ਨਾਸ਼ਵੰਤ ਹੈ। ਗੁਰਮੁਖ ਕਦੇ ਵੀ ਕਿਸੇ ਵਸਤੂ ਦਾ, ਕਿਸੇ ਗੁਣ ਦਾ, ਧਨ ਦੌਲਤ ਦਾ ਕਦੇ ਵੀ ਉਹ ਹੰਕਾਰ ਨਹੀਂ ਕਰਦਾ। ਉਹਦੇ ਹਿਰਦੇ ਦੇ ਵਿੱਚ ਨਿਮਰਤਾ ਵਸਦੀ ਹੈ। ਗਿਆਨ ਮਤੀ ਘਟ ਚਾਨਣਾ, ਭਰਮ ਅਗਿਆਨ ਅੰਧੇਰ ਮਿਟਾਵੈ। ਗਿਆਨ ਮਤੀ, ਗੁਰੂ ਦੇ ਬਖਸ਼ੇ ਹੋਏ ਗਿਆਨ ਦੀ ਸਿੱਖਿਆ ਕਰਕੇ ਗੁਰਮੁਖਾਂ ਦੇ ਹਿਰਦਿਆਂ ਦੇ ਵਿੱਚ ਪ੍ਰਕਾਸ਼ ਹੋ ਗਿਆ ਹੈ। ਘਟ ਚਾਨਣਾ, ਉਹਨਾਂ ਦੇ ਹਿਰਦੇ ਵਿੱਚ ਪ੍ਰਕਾਸ਼ ਚਾਨਣ ਹੋ ਗਿਆ ਹੈ। ਭਰਮ ਅਗਿਆਨ ਅੰਧੇਰ ਮਿਟਾਵੇ, ਗੁਰਮੁਖਾਂ ਨੇ ਭਰਮ ਅਤੇ ਅਗਿਆਨਤਾ ਦਾ ਹਨੇਰਾ ਆਪਣੇ ਅੰਦਰੋਂ ਦੂਰ ਕਰ ਲਿਆ ਹੈ। ਕੋਈ ਭਰਮ ਭੁਲੇਖਾ ਨਹੀਂ ਹੁੰਦਾ ਉਹਨਾਂ ਨੂੰ, ਅਗਿਆਨਤਾ ਦੇ ਵਿੱਚ ਨਹੀਂ। ਉਹਨਾਂ ਦੇ ਹਿਰਦੇ ਵਿੱਚ ਤਾਂ ਗਿਆਨ ਦਾ ਸੂਰਜ ਚੜ੍ਹ ਗਿਆ ਹੈ, ਅਤੇ ਸੂਰਜ ਜਿੱਥੇ ਹੋਵੇ ਹਨੇਰਾ ਨੇੜੇ ਵੀ ਨਹੀਂ ਆਉਂਦਾ। ਸ਼ਬਦ ਦਾ ਸੂਰਜ ਉਹਨਾਂ ਦੇ ਹਿਰਦੇ ਵਿੱਚ ਪ੍ਰਕਾਸ਼ਿਆ ਹੈ, ਜਿਸ ਕਰਕੇ ਭਰਮ ਅਤੇ ਅਗਿਆਨਤਾ ਦੂਰ ਹੋਈ ਹੈ। ਹੋਏ ਨਿਮਾਣਾ ਢਹਿ ਪਵੈ, ਦਰਗਹਿ ਮਾਣ ਨਿਮਾਣਾ ਪਾਵੈ। ਜਿਹੜਾ ਗੁਰਮੁਖ ਨਿਮਾਣਾ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਤੇ ਢਹਿ ਪੈਂਦਾ ਹੈ, ਗੁਰੂ ਚਰਨਾਂ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਹੈ, ਦਰਗਹਿ ਮਾਣ ਨਿਮਾਣਾ ਪਾਵੈ। ਇਹੋ ਜਿਹਾ ਨਿਮਾਣਾ ਗੁਰਮੁਖ ਪਿਆਰਾ ਰੱਬੀ ਦਰਗਾਹ ਦੇ ਵਿੱਚ ਮਾਣ ਪਾਉਂਦਾ ਹੈ, ਸਤਿਕਾਰ ਪਾਉਂਦਾ ਹੈ। ਲੋਕ ਪਰਲੋਕ ਦੇ ਵਿੱਚ ਉਹਦਾ ਸਤਿਕਾਰ ਹੁੰਦਾ ਹੈ, ਜਿਹੜਾ ਸਤਿਗੁਰੂ ਦੇ ਚਰਨਾਂ 'ਤੇ ਢਹਿ ਪਿਆ ਨਿਰਮਾਣ ਹੋ ਕੇ। ਮਨ ਵਿੱਚ ਹੰਕਾਰ ਨਹੀਂ। ਜਦੋਂ ਸਤਿਗੁਰੂ ਦੇ ਦਰ 'ਤੇ ਆਈਏ, ਦੁਨੀਆ ਦੀਆਂ ਵਡਿਆਈਆਂ ਸਾਰੀਆਂ ਹੀ ਬਾਹਰ ਛੱਡ ਕੇ ਆਈਏ। ਗੁਰੂ ਦਾ ਨਿਮਾਣਾ ਸੇਵਕ ਬਣ ਕੇ ਹੀ ਗੁਰੂ ਦੇ ਦਰ 'ਤੇ ਆਉਣਾ ਚਾਹੀਦਾ ਹੈ, ਔਰ ਨਿਮਾਣੇ ਬਣ ਕੇ ਹੀ ਇੱਥੋਂ ਝੋਲੀਆਂ ਭਰਦੀਆਂ ਨੇ। ਸਤਿਗੁਰੂ ਮਹਾਰਾਜ ਜੀ ਉਹਨਾਂ 'ਤੇ ਹੀ ਰਹਿਮਤਾਂ ਕਰਦੇ ਹੈ, ਜਿਨ੍ਹਾਂ ਦੀ ਨੀਅਤ ਸਾਫ਼ ਹੋਵੇ। ਅਤੇ ਜਿਹੜੇ ਹੰਕਾਰੀ ਬਣ ਕੇ ਆਉਂਦੇ ਹੈ ਗੁਰੂ ਦੇ ਦਰ 'ਤੇ, ਉਹ ਗੁਰੂ ਦੇ ਦਰ ਤੋਂ ਖਾਲੀ ਰਹਿ ਜਾਂਦੇ ਹੈ। ਸੋ ਨਿਮਾਣਾ ਬਣ ਕੇ ਆਉਣ ਵਾਲਾ ਹੀ ਰੱਬੀ ਦਰਗਾਹ ਦੇ ਵਿੱਚ ਵੱਡਾ ਮਾਣ ਆਦਰ ਸਤਿਕਾਰ ਪਾਉਂਦਾ ਹੈ। ਖਸਮੈ ਸੋਈ ਭਾਵੰਦਾ, ਖਸਮੈ ਦਾ ਜਿਸ ਭਾਣਾ ਭਾਵੈ। ਖਸਮ ਨੂੰ, ਪਰਮਾਤਮਾ ਨੂੰ, ਮਾਲਕ ਨੂੰ ਉਹੀ ਬੰਦਾ ਚੰਗਾ ਲੱਗਦਾ ਹੈ ਜਿਸ ਨੂੰ ਪਰਮਾਤਮਾ ਦਾ ਭਾਣਾ ਚੰਗਾ ਲੱਗਦਾ ਹੈ। ਅਤੇ ਜਿਹੜਾ ਰੱਬੀ ਭਾਣੇ ਨੂੰ, ਪ੍ਰਭੂ ਪਰਮਾਤਮਾ ਦਾ ਜੋ ਭਾਣਾ ਵਰਤਦਾ ਹੈ, ਉਹ ਰੱਬ ਨੂੰ ਉਲਾਂਭੇ ਦੇਈ ਜਾਂਦਾ ਹੈ, ਰੱਬ ਨੂੰ ਗਾਲਾਂ ਹੀ ਕੱਢੀ ਜਾਂਦਾ ਹੈ। ਪਰਮਾਤਮਾ ਨੂੰ ਐਸਾ ਬੰਦਾ ਚੰਗਾ ਨਹੀਂ ਲੱਗਦਾ। ਇੱਥੇ ਭਾਈ ਭਿਖਾਰੀ ਵਰਗੇ
ਜਿਨ੍ਹਾਂ ਨੂੰ ਪ੍ਰਭੂ ਦਾ ਭਾਣਾ ਚੰਗਾ ਲੱਗਾ। ਭਾਈ ਗੁਰਮੁਖ ਨੇ ਬੇਨਤੀ ਕੀਤੀ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਕਿਸੇ ਭਾਣੇ ਵਿੱਚ ਰਹਿਣ ਵਾਲੇ ਗੁਰਸਿੱਖ ਦੇ ਦਰਸ਼ਨ ਕਰਵਾਓ, ਤੇ ਭਾਈ ਭਿਖਾਰੀ ਕੋਲ ਸਤਿਗੁਰੂ ਨੇ ਭੇਜਿਆ ਸੀ। ਤੋ ਆਪ ਸਾਰੇ ਜਾਣਦੇ ਹੋ, ਬੜਾ ਸਤਿਕਾਰ ਕੀਤਾ ਭਾਈ ਭਿਖਾਰੀ ਨੇ ਭਾਈ ਗੁਰਮੁਖ ਦਾ। ਘਰ ਵਿੱਚ ਪੁੱਤਰ ਦਾ ਵਿਆਹ ਹੈ, ਪਰ ਇੱਕ ਪਾਸੇ ਜਦੋਂ ਸਾਜੋ ਸਮਾਨ ਵਿਖਾਇਆ, ਉੱਥੇ ਐਸਾ ਸਾਜੋ ਸਮਾਨ ਪਿਆ ਸੀ ਜਿਹੜਾ ਮੌਤ ਵੇਲੇ ਲੋੜੀਂਦਾ ਹੁੰਦਾ ਹੈ। ਤੇ ਭਾਈ ਗੁਰਮੁਖ ਨੇ ਪੁੱਛਿਆ ਸੀ, ਇਹਦੀ ਕੀ ਲੋੜ ਹੈ? ਤੇ ਭਾਈ ਭਿਖਾਰੀ ਨੇ ਕਿਹਾ ਸੀ, ਸਮਾਂ ਆਵੇਗਾ ਦੱਸਾਂਗੇ। ਘਰ ਦੇ ਵਿੱਚ ਪੁੱਤਰ ਦਾ ਵਿਆਹ ਸੀ, ਪੁੱਤ ਵਿਆਹ ਕੇ ਲਿਆਂਦਾ, ਉਹਦੇ ਪੇਟ ਵਿੱਚ ਸੂਲ ਪੈਦਾ ਹੋਇਆ, ਪੁੱਤਰ ਦੀ ਮੌਤ ਹੋ ਗਈ। ਆਪ ਕੀਰਤਨ ਕੀਤਾ ਭਾਈ ਭਿਖਾਰੀ ਜੀ ਨੇ, ਹੱਥੀਂ ਸੰਸਕਾਰ ਕੀਤਾ। ਤੇ ਫਿਰ ਜਿਹੜੀਆਂ ਦਰੀਆਂ ਬੁਣਦੇ ਸੀ ਨਾ, ਭਾਈ ਗੁਰਮੁਖ ਨੇ ਪੁੱਛਿਆ ਸੀ, ਇਹ ਕਾਸ ਲਈ ਬੁਣਦੇ ਹੋ? ਉਸੇ ਤੇ ਫਿਰ ਲੋਕ ਆ ਕਰਕੇ ਬੈਠੇ। ਤੇ ਭਾਈ ਗੁਰਮੁਖ ਨੇ ਕਿਹਾ ਸੀ, ਭਾਈ ਭਿਖਾਰੀ ਜੇ ਤੈਨੂੰ ਪਤਾ ਹੀ ਸੀ ਇਹ ਸਾਰਾ ਕੁਝ ਹੋਣਾ ਹੈ, ਤੇ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਪੁੱਤਰ ਦੀ ਆਰਬਲਾ ਹੋਰ ਮੰਗ ਲੈਂਦੇ, ਉਹ ਕਿਰਪਾ ਕਰ ਦਿੰਦੇ। ਤੇ ਭਾਈ ਭਿਖਾਰੀ ਜੀ ਨੇ ਕਿਹਾ ਸੀ, ਜੇ ਮੰਗਣਾ ਹੀ ਆ ਨਾਮ ਮੰਗੋ, ਗੁਰਬਾਣੀ ਪੜ੍ਹਨ ਦੀ, ਗੁਰਬਾਣੀ ਦੀ ਕਮਾਈ ਦੀ ਦਾਤ ਮੰਗੋ। ਕਿੰਨਾ ਕੁ ਚਿਰ ਦੁਨੀਆ ਵਿੱਚ ਬੰਦਾ ਰਹੇਗਾ, ਆਖਰ ਇੱਕ ਦਿਨ ਤਾਂ ਜਾਣਾ ਹੀ ਪੈਣਾ ਹੈ। ਸੋ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਰੱਬ ਦਾ ਭਾਣਾ ਪਾਉਂਦਾ ਹੈ, ਪਰਮਾਤਮਾ ਨੂੰ ਉਹ ਪਾਉਂਦੇ ਹੈ, ਉਹ ਚੰਗੇ ਲੱਗਦੇ ਹੈ। ਭਾਣਾ ਮੰਨੈ ਮੰਨੀਐ, ਆਪਣਾ ਭਾਣਾ ਆਪ ਮਨਾਵੈ। ਜੇ ਇਹ ਜੀਵ ਪ੍ਰਭੂ ਦਾ ਭਾਣਾ ਮੰਨੇ ਤਾਂ ਹੀ ਉਹ ਮੰਨਿਆ ਜਾਂਦਾ ਹੈ। ਜਿਹੜਾ ਰੱਬ ਦਾ ਭਾਣਾ ਮੰਨਦਾ ਹੈ, ਫਿਰ ਉਹ ਗੁਰੂ ਦੇ ਦਰ 'ਤੇ ਮੰਨਿਆ ਜਾਂਦਾ, ਪ੍ਰਵਾਨ ਹੁੰਦਾ ਹੈ। ਆਪਣਾ ਭਾਣਾ ਆਪ ਮਨਾਵੇ, ਅਕਾਲ ਪੁਰਖ ਆਪਣਾ ਭਾਣਾ ਆਪ ਹੀ ਮਨਾਉਂਦਾ ਹੈ। ਮਨੁੱਖ ਦੇ ਕੋਲ ਕੀ ਸਮਰੱਥਾ ਹੈ ਕਿ ਉਹ ਭਾਣਾ ਮੰਨ ਸਕੇ? ਇਹ ਗੱਲਾਂ ਸਾਰੀਆਂ ਕਹਿਣੀਆਂ ਬੜੀਆਂ ਸੁਖਾਲੀਆਂ ਨੇ, ਭਾਣਾ ਮੰਨੋ, ਭਾਣਾ ਮੰਨਣਾ ਚਾਹੀਦਾ ਹੈ। ਪਰ ਜਿਸ ਮਨੁੱਖ ਦੇ ਉੱਤੇ ਬੀਤਦੀ ਹੈ ਨਾ, ਉਹਨੂੰ ਪਤਾ ਹੁੰਦਾ ਵੀ ਭਾਣਾ ਮੰਨਣਾ ਕਿੰਨਾ ਔਖਾ ਹੈ, ਕਠਿਨ ਹੈ, ਪਰ ਮੰਨਣਾ ਪੈਂਦਾ ਹੈ। ਬੰਦੇ ਦਾ ਇਹਦੇ ਅੱਗੇ ਕੋਈ ਜ਼ੋਰ ਨਹੀਂ, ਕੋਈ ਬਲ ਨਹੀਂ, ਕੋਈ ਤਾਕਤ ਨਹੀਂ, ਕੋਈ ਵਸ ਇਹਦਾ ਚੱਲਦਾ ਹੀ ਨਹੀਂ। ਉਹ ਆਪਣਾ ਭਾਣਾ ਆਪ ਹੀ ਮਨਾਉਂਦਾ ਹੈ। ਦੁਨੀਆ ਵਿੱਚ ਪਰਾ ਹੋਣਾ, ਦਾਵਾ ਛੱਡ ਰਹਿ ਲਾ ਦਾਵੈ। ਗੁਰਮੁਖ ਪਿਆਰਾ ਜਿਹੜਾ ਨਾ, ਉਹ ਦੁਨੀਆ ਵਿੱਚ ਪ੍ਰਾਹੁਣਾ ਬਣ ਕੇ ਰਹੇ। ਪ੍ਰਾਹੁਣਾ ਬਣ ਕੇ ਰਹਿਣ ਦਾ ਭਾਵ ਇਹ ਹੈ ਵੀ ਉਹ ਇੱਥੇ ਸਦਾ ਨਹੀਂ ਸਮਝਦਾ ਕਿ ਮੈਂ ਸਦਾ ਹੀ ਰਹਿਣਾ। ਉਹ ਇਹ ਸਮਝਦਾ ਹੈ ਵੀ ਚੰਦ ਦਿਨਾਂ ਦੀ ਇਹ ਜ਼ਿੰਦਗੀ ਹੈ, ਜੀਵਨ ਹੈ। ਚੰਗੇ ਕਰਮ ਕਰਕੇ, ਪਰਮੇਸ਼ਰ ਦਾ ਨਾਮ ਜਪ ਕੇ ਇਹ ਦੁਨੀਆ ਤੋਂ ਜਾਇਆ ਜਾਵੇ। ਔਗਣਾਂ ਦੀ ਪੰਡ ਬੰਨ੍ਹ ਕੇ ਕਿਉਂ ਸਿਰ 'ਤੇ ਲੈ ਕੇ ਜਾਣੀ ਹੈ? ਕਿਉਂ ਪਾਪਾਂ ਦੀ ਪੰਡ ਬੰਨ੍ਹ ਕੇ ਜਾਣੀ ਹੈ? ਕਿਉਂ ਪਾਪ ਕਮਾਉਣੇ ਹੈ? ਸੋ ਉਹ ਹਮੇਸ਼ਾ ਹੀ ਦੁਨੀਆ ਦੇ ਵਿੱਚ ਥੋੜ੍ਹੇ ਦਿਨ ਵਾਲਾ, ਆਪਣੇ ਆਪ ਨੂੰ ਰਹਿਣ ਵਾਲਾ ਸਮਝਦਾ ਹੈ। ਦਾਵਾ ਛੱਡ ਰਹਿ ਲਾ ਦਾਵੈ, ਅਤੇ ਕਿਸੇ ਤਰ੍ਹਾਂ ਦਾ ਦਾਵਾ ਨਹੀਂ ਕਰਦਾ, ਬਿਨਾਂ ਦਾਅਵੇ ਤੋਂ ਹੋ ਕੇ ਰਹਿੰਦਾ ਹੈ। ਲਾ ਦਾਵੈ, ਜਿਵੇਂ ਲਾ ਇਲਾਜ ਸ਼ਬਦ ਹੈ ਨਾ, ਵੀ ਇਲਾਜ ਤੋਂ ਰਹਿਤ, ਜਿਹਦਾ ਇਲਾਜ ਨਹੀਂ, ਇਸੇ ਤਰ੍ਹਾਂ ਦਾਅਵੇ ਤੋਂ ਰਹਿਤ ਕੋਈ ਉਹ ਦਾਅਵਾ ਨਹੀਂ ਕਰਦਾ। ਦੁਨੀਆ 'ਚ ਕੋਈ, ਇੱਥੇ ਦੁਨੀਆ 'ਚ ਬੰਦੇ ਦਾਅਵੇ ਬਹੁਤ ਕਰਦੇ, ਅਸੀਂ ਇਸ ਤਰ੍ਹਾਂ ਕਰ ਦੇਵਾਂਗੇ, ਉੱਦਾਂ ਕਰ ਦੇਵਾਂਗੇ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਛਾਲਾਂ ਸਾਰੇ ਮਾਰਦੇ, ਹੁੰਦਾ ਉਹੀ ਹੈ ਜੋ ਅਕਾਲ ਪੁਰਖ ਕਰਦਾ ਹੈ। ਬੰਦੇ 'ਚ ਕੋਈ ਬਲ ਨਹੀਂ, ਸੋ ਕਦੇ ਵੀ ਉਹ ਦਾਅਵਾ ਨਹੀਂ ਕਰਦੇ। ਸਾਧ ਸੰਗਤ ਮਿਲ ਹੁਕਮ ਕਮਾਵੇ। ਸਾਧ ਸੰਗਤ ਦੇ ਵਿੱਚ ਮਿਲ ਕੇ ਗੁਰਮੁਖ ਪਿਆਰੇ ਗੁਰੂ ਦੇ ਹੁਕਮ ਦੀ ਕਮਾਈ ਕਰਦੇ ਹੈ, ਗੁਰੂ ਸਿੱਖਿਆ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ।
ਅਗਲੀ 14ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਜਿਹੜਾ ਗੁਰਮੁਖ ਹੈ ਨਾ, ਉਹਦੇ ਅੰਦਰ ਦੀ ਧਾਰਨਾ ਕੀ ਹੁੰਦੀ ਹੈ। ਗੁਰ ਪਰਮੇਸ਼ਰ ਇੱਕ ਜਾਨ, ਗੁਰਮੁਖ ਦੂਜਾ ਭਾਉ ਮਿਟਾਇਆ। ਗੁਰਮੁਖ ਜਿਹੜਾ ਹੈ ਉਹ ਗੁਰੂ ਨੂੰ ਤੇ ਪਰਮੇਸ਼ਰ ਨੂੰ ਇੱਕ ਕਰਕੇ ਜਾਣਦਾ ਹੈ, ਵੱਖਰੇ ਵੱਖਰੇ ਨਹੀਂ ਜਾਣਦਾ। ਗੁਰਮੁਖ ਦੂਜਾ ਭਾਉ ਮਿਟਾਇਆ, ਗੁਰਮੁਖ ਨੇ ਆਪਣੇ ਅੰਦਰੋਂ ਦੂਜਾ ਭਾਉ ਦੁਐਤ ਮਿਟਾ ਦਿੱਤਾ ਹੈ। ਭਾਵ ਉਹ ਗੁਰੂ ਨੂੰ ਤੇ ਪਰਮੇਸ਼ਰ ਨੂੰ ਵੱਖਰਾ ਕਰਕੇ ਨਹੀਂ ਜਾਣਦੇ। ਗੁਰੂ ਦੇ ਅੱਗੇ ਸੀਸ ਝੁਕਾਉਂਦੇ ਹੈ, ਗੁਰੂ ਅੱਗੇ ਸੀਸ ਝੁਕਾ ਲਿਆ, ਪਰਮਾਤਮਾ ਦੇ ਅੱਗੇ ਸੀਸ ਝੁਕਾ ਲਿਆ, ਇੱਕ ਬਰਾਬਰ ਹੈ। ਸੋ ਉਹਨਾਂ ਦੇ ਅੰਦਰ ਇਹ ਜਿਹੜੀ ਦੋ ਵਾਲੀ ਦੁਐਤ ਦੀ ਗੱਲ ਇਹ ਹੁੰਦੀ ਨਹੀਂ ਵੀ ਗੁਰੂ ਵੱਖਰਾ ਹੈ ਪਰਮੇਸ਼ਰ ਵੱਖਰਾ ਹੈ। ਉਹ ਇਸ ਗੱਲ ਨੂੰ ਜਾਣਦੇ ਹੈ ਗੁਰੂ ਪਰਮਾਤਮਾ ਇੱਕ ਹੀ ਹੈ, ਪਰਮੇਸ਼ਰ ਦਾ ਹੀ ਸਵਰੂਪ ਗੁਰੂ ਹੈ। ਹਉਮੈ ਪਾਲ ਟਹਾਏ ਕੈ, ਤਾਲ ਨਦੀ ਦਾ ਨੀਰ ਮਿਲਾਇਆ। ਗੁਰਮੁਖਾਂ ਨੇ ਆਪਣੇ ਅੰਦਰੋਂ ਹਉਮੈ ਦੀ ਪਾਲ, ਪਾਲ ਕਹਿੰਦੇ ਆ ਕੰਧ, ਵੱਟ, ਉਹਨਾਂ ਨੇ ਆਪਣੇ ਅੰਦਰੋਂ ਹਉਮੈ ਦੀ ਕੰਧ, ਹਉਮੈ ਦੀ ਵੱਟ ਢਾਹ ਦਿੱਤੀ ਹੈ। ਕਿਉਂਕਿ ਜਦੋਂ ਕੰਧ ਹੋ ਜਾਂਦੀ ਹੈ ਨਾ, ਉੱਥੇ ਫਿਰ ਦੋ ਹੋ ਜਾਂਦੇ, ਇੱਕ ਨਹੀਂ ਰਹਿੰਦਾ। ਜਿਸ ਘਰ ਦੇ ਵਿੱਚ ਕੰਧ ਹੋ ਜਾਏ ਉਹਦਾ ਹਾਲ ਕੀ ਹੁੰਦਾ ਹੈ ਆਪਾਂ ਸਾਰੇ ਜਾਣਦੇ। ਤੇ ਵੱਟ ਹੈ ਜਿੱਥੇ, ਉੱਥੇ ਫਿਰ ਅਭੇਦਤਾ ਨਹੀਂ ਨਾ ਹੋ ਸਕਦੀ। ਖੇਤ ਹੈ ਨਾ, ਤੇ ਜੇ ਇੱਕ ਵੱਟ ਹੋਰ ਵਿੱਚ ਪਾ ਦਿੱਤੀ ਉਹਦੇ ਦੋ ਹਿੱਸੇ ਹੋ ਜਾਣੇ, ਵੱਖੋ ਵੱਖਰੇ ਨੇ। ਇੱਕ ਕਿਆਰੇ ਨੂੰ ਪਾਣੀ ਲਾਵਾਂਗੇ ਉਸੇ ਨੂੰ ਲੱਗੇਗਾ, ਦੂਜੇ ਵਿੱਚ ਨਹੀਂ। ਤੇ ਜੇ ਵੱਟ ਵਿੱਚੋਂ ਢਾਹ ਦਿੱਤੀ ਉਹ ਸਾਰਾ ਇੱਕ ਬਣ ਗਿਆ। ਤੋ ਗੁਰਮੁਖ ਪਿਆਰੇ ਜਿਹੜੇ ਨੇ ਉਹ ਆਪਣੇ ਅੰਦਰੋਂ ਹਉਮੈ ਦੀ ਵੱਟ, ਹਉਮੈ ਦੀ ਕੰਧ ਢਾਹ ਦਿੰਦੇ ਹੈ। ਨਦੀ ਤਾਲ ਦਾ ਨੀਰ ਮਿਲਾਇਆ, ਨਦੀ ਦਾ ਤੇ ਤਾਲ ਸਰੋਵਰ ਦਾ ਪਾਣੀ ਉਹਨਾਂ ਨੇ ਮਿਲਾ ਦਿੱਤਾ। ਇਹਦਾ ਮਤਲਬ ਜਿਹੜਾ ਜੀਵ ਹੈ ਉਹ ਸਰੋਵਰ ਦਾ ਜਲ ਹੈ, ਤੇ ਨਦੀ ਜਿਹੜੀ ਹੈ ਉਹਦਾ ਵੱਖਰਾ ਜਲ ਪਹਾੜਾਂ ਤੋਂ ਆਇਆ ਹੋਇਆ ਹੈ। ਉਹਨੂੰ ਇੱਕ ਮਿਲਾ ਦਿੱਤਾ, ਇੱਕ ਕਰ ਦਿੱਤਾ। ਭਾਵ ਜੀਵ ਤੇ ਈਸ਼ਵਰ ਜਿਹੜਾ ਨਾ ਉਹ ਇੱਕ ਹੋ ਗਏ, ਜੋਤ ਵਿੱਚ ਜੋਤ ਰਲ ਗਈ। ਜੀਵ ਅਲਪੱਗ ਹੈ, ਈਸ਼ਵਰ ਸਰਬੱਗ ਹੈ। ਜੀਵ ਤੇ ਈਸ਼ ਮਿਲ ਕੇ ਇੱਕ ਹੋ ਗਏ, ਜਿਸ ਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜੋਤ ਵਿੱਚ ਜੋਤ ਮਿਲ ਗਈ, ਜੀਵ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਅਭੇਦ ਹੋਈ ਹੈ। ਸੋ ਇਸ ਤਰ੍ਹਾਂ ਉਹ ਆਪਣੇ ਅੰਦਰ ਹਉਮੈ ਨਹੀਂ ਰਹਿਣ ਦਿੰਦੇ ਤੇ ਜੀਵ ਈਸ਼ ਦੀ ਏਕਤਾ ਕਰ ਲੈਂਦੇ ਹੈ। ਨਦੀ ਕਿਨਾਰੇ ਦੋਹ ਵਲੀ, ਇੱਕ ਦੂ ਪਾਰਾ ਵਾਰ ਨਾ ਪਾਇਆ। ਜਿਸ ਤਰ੍ਹਾਂ ਨਦੀ ਦੇ ਦੋ ਕਿਨਾਰਿਆਂ ਦੇ ਉਰਲੇ ਪਰਲੇ ਕਿਨਾਰੇ ਦਾ ਕੋਈ ਪਾਰਾਵਾਰ ਨਹੀਂ ਹੈ। ਨਦੀ ਦੇ ਦੋ ਕਿਨਾਰੇ ਨੇ, ਇੱਕ ਬੰਦਾ ਇੱਧਰ ਖਲੋਤਾ, ਦੂਜਾ ਉੱਧਰ ਖਲੋਤਾ ਹੈ। ਇੱਧਰ ਵਾਲੇ ਨੂੰ ਪੁੱਛੋ, ਉਹ ਕਹੇਗਾ ਜਿੱਧਰ ਮੈਂ ਖਲੋਤਾ ਇਹ ਉਰਲਾ ਕਿਨਾਰਾ ਹੈ, ਉੱਧਰਲਾ ਪਰਲਾ ਹੈ। ਤੇ ਜਿਹੜਾ ਦੂਜੇ ਪਾਸੇ ਖਲੋਤਾ ਉਹਨੂੰ ਪੁੱਛੋ, ਉਹ ਕਹੇਗਾ ਵੀ ਜਿੱਧਰ ਮੈਂ ਖਲੋਤਾ ਇਹ ਉਰਲਾ ਹੈ, ਉੱਧਰਲਾ ਪਰਲਾ ਕਿਨਾਰਾ ਹੈ। ਸੋ ਉਹਦਾ ਉਰਲਾ ਕਿਨਾਰਾ ਕਿਹੜਾ, ਪਰਲਾ ਕਿਨਾਰਾ ਕਿਹੜਾ ਨਦੀ ਦਾ, ਇਹ ਕੋਈ ਨਹੀਂ ਜਾਣਦਾ। ਬੰਦਾ ਜਿੱਥੇ ਖਲੋਤਾ ਹੈ ਉਹਨੂੰ ਉਰਲਾ ਕਹਿ ਦਿੰਦਾ, ਦੂਜੇ ਨੂੰ ਪਰਲਾ ਕਹਿ ਦਿੰਦਾ ਹੈ, ਪਰ ਜਾਣਦਾ ਕੋਈ ਨਹੀਂ ਵੀ ਉਹਦਾ ਉਰਲਾ ਤੇ ਪਰਲਾ ਕਿਨਾਰਾ ਕਿਹੜਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਜਿਹੜਾ ਨਾ ਉਹਦਾ ਉਰਲਾ ਪਰਲਾ, ਲੋਕ ਪਰਲੋਕ, ਕਿਹੜਾ ਉਰਲਾ ਕਿਨਾਰਾ ਕਿਹੜਾ ਪਰਲਾ ਕਿਨਾਰਾ, ਕੋਈ ਵੀ ਇਸ ਨੂੰ ਨਹੀਂ ਜਾਣ ਸਕਦਾ। ਰੁੱਖਹੁ ਫਲ ਤੈ ਫਲਹੁ ਰੁੱਖ, ਇਕ ਨਾਉ ਫਲ ਰੁੱਖ ਸਦਾਇਆ। ਰੁੱਖ ਤੋਂ ਫਲ ਪੈਦਾ ਹੁੰਦਾ ਹੈ, ਫਲਹੁ ਰੁੱਖ, ਤੇ ਫਲ ਤੋਂ ਫਿਰ ਰੁੱਖ ਪੈਦਾ ਹੁੰਦਾ ਹੈ। ਰੁੱਖ ਜਿਹੜਾ ਨਾ ਉਹਦੇ ਤੋਂ ਫਲ ਪੈਦਾ, ਰੁੱਖ ਨੂੰ ਫਲ ਲੱਗਦੇ, ਉਸ ਫਲ ਦੇ ਵਿੱਚ ਬੀਜ ਹੈ,
ਉਹਦੇ ਤੋਂ ਫਿਰ ਅੱਗੇ ਰੁੱਖ ਪੈਦਾ ਹੁੰਦਾ ਹੈ। ਰੁੱਖ ਤੋਂ ਫਲ ਅਤੇ ਫਲ ਤੋਂ ਰੁੱਖ, ਇੱਕ ਨਾਉ ਫਲ ਰੁੱਖ ਸਦਾਇਆ। ਉਹ ਜਿਹੜਾ ਫਲ ਹੈ, ਉਹ ਰੁੱਖ ਹੈ, ਉਹਦਾ ਨਾਂ ਇੱਕੋ ਹੀ ਰਹਿੰਦਾ ਹੈ, ਉਹਦਾ ਨਾਂ ਇੱਕ ਹੀ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਗੁਰੂ ਤੋਂ ਸਿੱਖ ਅਤੇ ਸਿੱਖ ਤੋਂ ਗੁਰੂ ਪੈਦਾ ਹੁੰਦਾ ਹੈ। ਗੁਰੂ ਤੋਂ ਸਿੱਖ, ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ ਭਾਈ ਲਹਿਣੇ ਨੇ, ਗੁਰੂ ਤੋਂ ਜਿਹੜਾ ਸਿੱਖ ਬਣੇ ਪਹਿਲਾਂ, ਅਤੇ ਫਿਰ ਸਿੱਖ ਤੋਂ ਗੁਰੂ ਬਣ ਗਏ, ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਬਣ ਗਏ। ਬਾਬਾ ਅਮਰਦਾਸ ਜੀ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ, ਹੁਕਮ ਦੀ ਕਮਾਈ ਕੀਤੀ, ਗੁਰੂ ਤੋਂ ਸਿੱਖੀ ਲਈ, ਸਿੱਖ ਬਣੇ, ਅਤੇ ਫਿਰ ਸਿੱਖ ਤੋਂ ਗੁਰੂ ਬਣ ਗਏ, ਗੁਰਤਾ ਗੱਦੀ ਮਿਲੀ, ਗੁਰੂ ਅਮਰਦਾਸ ਜੀ ਗੁਰਿਆਈ 'ਤੇ ਸੁਸ਼ੋਭਿਤ ਹੋਏ। ਸੋ ਜਿਵੇਂ ਰੁੱਖ ਤੋਂ ਫਲ ਅਤੇ ਫਲ ਤੋਂ ਰੁੱਖ ਪੈਦਾ ਹੁੰਦਾ ਹੈ, ਗੁਰੂ ਤੋਂ ਸਿੱਖ ਅਤੇ ਸਿੱਖ ਫਿਰ ਗੁਰੂ ਪਦਵੀ 'ਤੇ ਪਹੁੰਚਦਾ ਹੈ, ਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਅਤੇ ਸਿੱਖ ਜਿਹੜੇ ਨੇ ਉਹ ਅਭੇਦ ਵਾਲੀ ਅਵਸਥਾ ਦੇ ਵਿੱਚ ਪਹੁੰਚਦੇ ਆ, ਕੋਈ ਫਰਕ ਨਹੀਂ ਰਹਿ ਜਾਂਦਾ ਗੁਰੂ ਅਤੇ ਸਿੱਖ ਦੇ ਵਿੱਚ। ਛੇ ਰੁੱਤੀ ਇੱਕ ਸੁਝ ਹੈ, ਸੁਝੈ ਸੁਝ ਨ ਹੋਰ ਦਿਖਾਇਆ। 6 ਰੁੱਤਾਂ ਹਨ, 6 ਰੁੱਤਾਂ ਦੇ ਵਿੱਚ ਸੂਰਜ ਨਹੀਂ ਬਦਲਦਾ, ਸੂਰਜ ਇੱਕੋ ਹੀ ਰਹਿੰਦਾ ਹੈ, ਕੋਈ ਰੁੱਤ ਹੋਵੇ ਸੂਰਜ ਉਹੀ ਹੈ। 6 ਰੁੱਤਾਂ ਦੇ ਵਿੱਚ ਜਿਵੇਂ ਇੱਕ ਸੂਰਜ ਹੈ, ਸੁਝੈ ਸੁਝ ਨ ਹੋਰ ਦਿਖਾਇਆ, ਅਤੇ ਸੂਰਜ ਜਿਹੜਾ ਹੈ ਇਸ ਨੂੰ ਕੋਈ ਹੋਰ ਦੂਜਾ ਸੂਰਜ ਪ੍ਰਕਾਸ਼ ਦਾ ਨਹੀਂ ਹੈ। ਸੂਰਜ ਦੇ ਕੋਲ ਆਪਣੇ ਆਪ ਦਾ ਪ੍ਰਕਾਸ਼ ਹੈ, ਪਰਮਾਤਮਾ ਨੇ ਉਸ ਨੂੰ ਪ੍ਰਕਾਸ਼ਿਤ ਕੀਤਾ ਹੈ। ਸੂਰਜ ਕਿਸੇ ਦੂਜੇ ਤੋਂ ਚਾਨਣ ਨਹੀਂ ਲੈਂਦਾ। ਜਿਵੇਂ ਚੰਦਰਮਾ ਨਾ, ਸੂਰਜ ਦੀਆਂ ਕਿਰਨਾਂ ਹੀ ਉਹਦੇ 'ਤੇ ਪੈਂਦੀਆਂ ਨੇ, ਚੰਦਰਮਾ ਕੋਲ ਆਪਣੇ ਆਪ ਦਾ ਪ੍ਰਕਾਸ਼ ਨਹੀਂ ਹੈ। ਪਰ ਜਿਹੜਾ ਸੂਰਜ ਹੈ ਉਹ ਆਪਣੇ ਆਪ ਹੀ ਪ੍ਰਕਾਸ਼ਿਤ ਹੈ, ਕੋਈ ਹੋਰ ਸੂਰਜ ਉਹਨੂੰ ਨਹੀਂ ਪ੍ਰਕਾਸ਼ਦਾ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰੇ ਜਾਣਦੇ ਹੈ ਕਿ ਪਰਮਾਤਮਾ ਜਿਹੜਾ ਇੱਕ ਹੈ, ਉਹ ਸੂਰਜ ਵਾਂਗ ਪ੍ਰਕਾਸ਼ ਦੇਣ ਵਾਲਾ, ਅਤੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪ੍ਰਭੂ ਨੇ ਪ੍ਰਕਾਸ਼ ਕਰ ਦਿੱਤਾ, ਚਾਨਣਾ ਬਖਸ਼ ਦਿੱਤਾ, ਉਹਨੂੰ ਕਿਸੇ ਹੋਰ ਤੋਂ ਪ੍ਰਕਾਸ਼ ਲੈਣ ਦੀ ਬਿਲਕੁਲ ਲੋੜ ਨਹੀਂ ਹੈ। ਉਹ ਗੁਰੂ ਸੂਰਜ ਦੇ ਬਖਸ਼ੇ ਹੋਏ ਗਿਆਨ ਰਾਹੀਂ ਸਦਾ ਹੀ ਆਪਣੇ ਜੀਵਨ ਨੂੰ ਸਫਲ ਬਣਾਉਂਦਾ ਹੈ, ਗੁਰੂ ਸ਼ਬਦ ਦੀ ਰੌਸ਼ਨੀ ਦੇ ਵਿੱਚ ਚੱਲਦਾ ਹੈ, ਆਪਣੇ ਜੀਵਨ ਨੂੰ ਤਾਰ ਲੈਂਦਾ ਹੈ। ਰਾਤੀ ਤਾਰੇ ਚਮਕਦੇ, ਦੇਹ ਚੜ੍ਹਿਆ ਕਿਨ ਆਖ ਲੁਕਾਇਆ। ਰਾਤ ਨੂੰ ਆਕਾਸ਼ ਦੇ ਵਿੱਚ ਤਾਰੇ ਚਮਕਦੇ ਹੈ, ਪਰ ਜਦੋਂ ਦਿਨ ਚੜ੍ਹਦਾ ਹੈ, ਦਿਨ ਚੜ੍ਹਨ ਨਾਲ ਉਹਨਾਂ ਨੂੰ ਦੱਸੋ ਕੌਣ ਲੁਕਾ ਦਿੰਦਾ ਹੈ? ਦਿਨੇ ਉਹ ਅਲੋਪ ਹੋ ਜਾਂਦੇ ਹੈ, ਕਿਉਂਕਿ ਸੂਰਜ ਦਾ ਪ੍ਰਕਾਸ਼ ਹੀ ਇੰਨਾ ਹੈ। ਸੂਰਜ ਦੇ ਪ੍ਰਕਾਸ਼ ਦੇ ਸਾਹਮਣੇ ਉਹ ਬਿਲਕੁਲ ਮੱਧਮ ਪੈ ਜਾਂਦੇ, ਦਿਸਦੇ ਹੀ ਨਹੀਂ। ਇਸੇ ਤਰ੍ਹਾਂ ਉਦੋਂ ਤੱਕ ਹੀ ਇਹ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਤਾਰੇ ਚਮਕਦੇ ਹੈ, ਜਦੋਂ ਤੱਕ ਹਿਰਦੇ ਵਿੱਚ ਸੂਰਜ ਨਹੀਂ ਪ੍ਰਕਾਸ਼ਦਾ। ਅਤੇ ਜਦੋਂ ਸੂਰਜ ਦਾ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਇਹ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਤਾਰੇ ਜਿਹੜੇ ਨੇ ਸਾਰੇ ਅਲੋਪ ਹੋ ਜਾਂਦੇ ਹੈ। ਗੁਰੂ ਕਾ ਸਿੱਖ ਇਹਨਾਂ ਕਰਾਮਾਤਾਂ ਨੂੰ ਵਿਖਾਉਣ ਵਿੱਚ, ਰਿੱਧੀਆਂ ਸਿੱਧੀਆਂ ਨੂੰ ਵਿਖਾਉਣ ਦੇ ਵਿੱਚ ਨਹੀਂ ਲੱਗਦਾ। ਸੋ ਇਹਨਾਂ ਤੋਂ ਉਹ ਦੂਰ ਰਹਿੰਦਾ ਹੈ, ਉਹ ਸਮਝਦਾ ਹੈ ਰੱਬੀ ਮਾਰਗ ਦੇ ਵਿੱਚ ਇਹ ਵੱਡੀ ਰੁਕਾਵਟ ਹੈ। ਸੋ ਇਸ ਤਰ੍ਹਾਂ ਗੁਰਮੁਖ ਜਾਣਦਾ ਹੈ। ਸਾਧ ਸੰਗਤ ਇੱਕ ਮਨ ਇੱਕ ਧਿਆਇਆ। ਸਾਧ ਸੰਗਤ ਦੇ ਵਿੱਚ ਗੁਰਮੁਖ ਪਿਆਰਾ ਇਕਾਗਰ ਮਨ ਹੋ ਕੇ ਇੱਕ ਪਰਮਾਤਮਾ ਨੂੰ ਧਿਆਉਂਦਾ ਹੈ, ਔਰ ਵਾਹਿਗੁਰੂ ਨੂੰ ਧਿਆਉਂਦਾ ਹੋਇਆ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਅਗਲੀ 15ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜਿਹੜੇ ਗੁਰਸਿੱਖ ਨੇ ਉਹ ਅਸਲੀ ਜੋਗੀ ਹਨ। ਜੋਗੀ ਦਾ ਮਤਲਬ ਹੁੰਦਾ ਜੁੜਿਆ ਹੋਇਆ। ਗੁਰਸਿੱਖ ਜੋਗੀ ਕੈਸੇ ਨੇ? ਗੁਰੂ ਚਰਨਾਂ ਨਾਲ ਜੁੜੇ ਹੋਏ, ਪਰਮੇਸ਼ਰ ਦੇ ਨਾਲ ਜੁੜੇ ਹੋਏ ਨੇ। ਗੁਰਸਿੱਖ ਜੋਗੀ ਜਾਗਦੇ,
ਮਾਇਆ ਅੰਦਰ ਕਰਨ ਉਦਾਸੀ। ਗੁਰਸਿੱਖ ਜੋਗੀ ਸਦਾ ਹੀ ਜਾਗਦੇ ਰਹਿੰਦੇ ਹੈ। ਜਾਗਣ ਦਾ ਮਤਲਬ ਸਰੀਰ ਕਰਕੇ ਜਾਗਣਾ ਨਹੀਂ, ਉਹ ਗਿਆਨ ਜਾਗਰਤ ਅਵਸਥਾ ਵਿੱਚ ਸਦਾ ਜਾਗਦੇ ਹੈ। ਜਾਗਣ ਦਾ ਮਤਲਬ ਹੁੰਦਾ ਸੁਚੇਤ ਰਹਿਣਾ, ਸਾਵਧਾਨ ਰਹਿਣਾ। ਸੋ ਗੁਰਸਿੱਖ ਜੋਗੀ ਸਦਾ ਹੀ ਗਿਆਨ ਅਵਸਥਾ ਵਿੱਚ ਜਾਗਦੇ ਰਹਿੰਦੇ ਹੈ ਅਤੇ ਮਾਇਆ ਵਿੱਚ ਉਹ ਕਰਨ ਉਦਾਸੀ ਦਾ ਮਤਲਬ ਉਪਰਾਮ ਰਹਿੰਦੇ ਹੈ, ਮਾਇਆ ਵਿੱਚ ਨਿਰਲੇਪ ਰਹਿੰਦੇ ਹੈ। ਕੰਨੀ ਮੁੰਦਰਾ ਮੰਤਰ ਗੁਰ, ਸੰਤਾਂ ਧੂੜ ਵਿਭੂਤ ਸੁਲਾਸੀ। ਜੋਗੀ ਲੋਕ ਆਪਣੇ ਕੰਨਾਂ ਵਿੱਚ ਮੁੰਦਰਾਂ ਪਾਉਂਦੇ ਹੈ, ਕੰਨ ਪੜਵਾ ਕੇ। ਅਤੇ ਗੁਰਸਿੱਖ ਜੋਗੀ ਦੀਆਂ ਮੁੰਦਰਾਂ ਕਿਹੜੀਆਂ ਨੇ? ਕੰਨੀ ਮੁੰਦਰਾ ਮੰਤਰ ਗੁਰ, ਗੁਰੂ ਦਾ ਮੰਤਰ, ਗੁਰੂ ਦਾ ਉਪਦੇਸ਼ ਜੋ ਉਹਨਾਂ ਧਾਰਨ ਕੀਤਾ ਨਾ, ਇਹੀ ਉਹਨਾਂ ਦੇ ਕੰਨਾਂ ਵਿੱਚ ਮੁੰਦਰਾਂ ਹਨ। ਉਹ ਆਪਣੇ ਕੰਨਾਂ ਵਿੱਚ ਗੁਰੂ ਦਾ ਉਪਦੇਸ਼ ਪਾਉਂਦੇ ਹੈ, ਫਿਰ ਕਮਾਉਂਦੇ ਹੈ, ਸੁਣਦੇ ਹੈ। ਸੋ ਗੁਰਸਿੱਖ ਜੋਗੀ ਉਹਦੀਆਂ ਮੁੰਦਰਾਂ ਗੁਰੂ ਦਾ ਉਪਦੇਸ਼ ਹਨ। ਸੰਤਾਂ ਧੂੜ ਵਿਭੂਤ ਸੁਲਾਸੀ। ਜੋਗੀ ਜਿਹੜੇ ਨੇ ਉਹ ਤਨ 'ਤੇ ਵਿਭੂਤੀ ਮਲਦੇ ਹੈ, ਸੁਆਹ ਮਲਦੇ ਹੈ। ਅਤੇ ਗੁਰਸਿੱਖ ਜੋਗੀ ਪਰਮੇਸ਼ਰ ਦੇ ਪਿਆਰੇ ਸੰਤਾਂ ਦੀ ਚਰਨ ਧੂੜ ਨੂੰ ਸ੍ਰੇਸ਼ਟ ਵਿਭੂਤੀ ਸਮਝਦੇ ਹੈ। ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੇ ਕੋਲ ਰਹਿੰਦੇ ਹੈ, ਸੋ ਉਹਨਾਂ ਦੀ ਸੇਵਾ ਕਰਦੇ ਹੈ, ਉਹਨਾਂ ਦੀ ਚਰਨ ਧੂੜ ਨੂੰ ਹੀ ਸ੍ਰੇਸ਼ਟ ਵਿਭੂਤੀ ਜਾਣਦੇ ਹੈ। ਖਿੰਥਾ ਖਿਮਾ ਹੰਡਾਵਣੀ, ਪ੍ਰੇਮ ਪੱਤਰ ਭਾਉ ਭੁਗਤ ਬਿਲਾਸੀ। ਜੋਗੀ ਆਪਣੇ ਤਨ 'ਤੇ ਖਫਣੀ ਪਾਉਂਦੇ ਹੈ ਅਤੇ ਗੁਰਸਿੱਖ ਜੋਗੀਆਂ ਦੀ ਖਫਣੀ ਕਿਹੜੀ ਹੈ? ਖਿੰਥਾ ਖਿਮਾ, ਖਿਮਾ ਰੂਪੀ ਖਫਣੀ ਉਹ ਹੰਡਾਉਂਦੇ ਹੈ। ਭਾਵ ਗੁਰਸਿੱਖ ਜੋਗੀ ਖਿਮਾ ਦਾ ਗੁਣ ਧਾਰਨ ਕਰਦੇ ਹੈ। ਪ੍ਰੇਮ ਪੱਤਰ, ਜੋਗੀਆਂ ਦੇ ਕੋਲ ਇੱਕ ਭਾਂਡਾ ਹੁੰਦਾ ਹੈ, ਪਾਤਰ ਮੰਗਦੇ, ਉਹਦੇ ਵਿੱਚ ਭੀਖ ਪਵਾਉਂਦੇ ਹੈ। ਗੁਰਸਿੱਖ ਜੋਗੀ ਦਾ ਪ੍ਰੇਮ ਰੂਪ ਭਾਂਡਾ ਹੈ, ਪ੍ਰੇਮ ਰੂਪ ਭਾਂਡਾ ਹੈ। ਭਾਉ ਭੁਗਤ, ਅਤੇ ਭੁਗਤ ਕਹਿੰਦੇ ਜੋ ਜੋਗੀ ਲੋਕ ਛਕਦੇ ਹੈ, ਚੂਰਮਾ। ਇੱਥੇ ਭਾਉ ਦਾ ਭਾਵ ਗਿਆਨ, ਗਿਆਨ ਚੂਰਮਾ ਹੈ ਗੁਰਸਿੱਖ ਜੋਗੀਆਂ ਦਾ, ਔਰ ਇਸ ਨੂੰ ਪ੍ਰਾਪਤ ਕਰਕੇ ਬਿਲਾਸੀ ਸਦਾ ਹੀ ਆਨੰਦ ਮਾਣਦੇ ਹੈ। ਸ਼ਬਦ ਸੁਰਤ ਸਿੰਘੀ ਵੱਜੈ, ਡੰਡਾ ਗਿਆਨ ਧਿਆਨ ਗੁਰਦਾਸੀ। ਜੋਗੀਆਂ ਦੇ ਕੋਲ ਇੱਕ ਸਿੰਘੀ ਹੁੰਦੀ ਹੈ, ਉਹ ਜਿੱਥੇ ਰਹਿੰਦੇ ਆ ਨਾ ਜੰਗਲ ਜਾਂ ਪਹਾੜਾਂ 'ਚ, ਉਹ ਸਿੰਘੀ ਵਜਾਉਂਦੇ ਹੈ। ਹਿਰਨ ਦੇ ਸਿੰਘ ਦੀ ਜਾਂ 12 ਸਿੰਘਾਂ ਦੇ ਸਿੰਘ ਦੀ ਉਹਨਾਂ ਬਣਾਈ ਹੁੰਦੀ ਹੈ ਸਿੰਘੀ। ਜਿਵੇਂ ਸ਼ੰਖ ਦੇ ਵਿੱਚੋਂ ਆਵਾਜ਼ ਪ੍ਰਗਟ ਹੁੰਦੀ, ਉਹਦੇ ਵਿੱਚੋਂ ਵੀ ਆਵਾਜ਼ ਪੈਦਾ ਹੁੰਦੀ ਹੈ। ਸ਼ਬਦ ਸੁਰਤ ਸਿੰਘੀ ਵੱਜੈ, ਗੁਰੂ ਕੇ ਸਿੱਖ ਸ਼ਬਦ ਦੇ ਵਿੱਚ ਜੋ ਸੁਰਤ ਜੋੜਦੇ ਹੈ, ਇਹੀ ਉਹਨਾਂ ਦੀ ਸਿੰਘੀ ਵੱਜਦੀ ਹੈ, ਸ਼ਬਦ ਦੀ ਆਵਾਜ਼ ਪ੍ਰਗਟ ਕਰਦੇ ਹੈ। ਡੰਡਾ ਗਿਆਨ, ਜੋਗੀਆਂ ਦੇ ਕੋਲ ਇੱਕ ਡੰਡਾ ਵੀ ਹੁੰਦਾ ਹੱਥ ਵਿੱਚ ਫੜਿਆ ਹੋਇਆ। ਜਦੋਂ ਕਿਸੇ ਉਹ ਪਿੰਡ ਵਿੱਚ ਭਿੱਖਿਆ ਮੰਗਣ ਜਾਂਦੇ ਹੈ ਅਤੇ ਉਹ ਡੰਡਾ ਹੁੰਦਾ ਉਹਨਾਂ ਦੀ ਰੱਖਿਆ ਲਈ। ਕਦੇ ਕੁੱਤੇ ਪੈ ਜਾਂਦੇ, ਕਿਉਂਕਿ ਸਰੀਰ 'ਤੇ ਸਵਾਹ ਮਲੀ ਹੁੰਦੀ ਹੈ, ਖਫਣੀ ਪਾਈ ਹੁੰਦੀ ਹੈ। ਉਹਨਾਂ ਦਾ ਅਜੀਬ ਜਿਹਾ ਲਿਬਾਸ ਵੇਖ ਕੇ ਅਤੇ ਪਿੰਡ ਦੇ ਕੁੱਤੇ ਸੁਭਾਵਿਕ ਹੀ ਉਹਨਾਂ ਨੂੰ ਪੈਂਦੇ, ਤਾਂ ਡੰਡਾ ਹੁੰਦਾ ਉਹਨਾਂ ਦੇ ਕੋਲ। ਸੋ ਗੁਰਸਿੱਖ ਜੋਗੀਆਂ ਦੇ ਕੋਲ ਡੰਡਾ ਕੀ ਹੈ? ਡੰਡਾ ਗਿਆਨ। ਜਿਹੜਾ ਗਿਆਨ ਹੈ ਨਾ ਗੁਰੂ ਦਾ, ਇਹੀ ਡੰਡਾ ਹੈ। ਜਿਵੇਂ ਉਹ ਜੋਗੀ ਉਸ ਡੰਡੇ ਦੇ ਨਾਲ ਕੁੱਤਿਆਂ ਨੂੰ ਮਾਰ ਕੇ ਭਜਾਉਂਦੇ ਹੈ, ਤਾਂ ਗੁਰੂ ਦੇ ਬਖਸ਼ੇ ਹੋਏ ਗਿਆਨ ਰੂਪ ਡੰਡੇ ਦੇ ਨਾਲ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਕੁੱਤੇ ਹੈ ਨਾ, ਇਹਨਾਂ ਨੂੰ ਗੁਰਸਿੱਖ ਜੋਗੀ ਦੂਰ ਭਜਾ ਦਿੰਦੇ ਹੈ। ਗਿਆਨ ਦਾ ਡੰਡਾ ਐਸਾ ਇਹਨਾਂ ਦੇ ਮੂੰਹ 'ਤੇ ਮਾਰਦੇ ਹੈ, ਇਹ ਵਿਕਾਰਾਂ ਰੂਪੀ ਕੁੱਤੇ ਗੁਰਸਿੱਖ ਦੇ ਨੇੜੇ ਨਹੀਂ ਆਉਂਦੇ। ਧਿਆਨ ਗੁਰਦਾਸੀ, ਅਤੇ ਜਿਹੜਾ ਗੁਰੂ ਕਾ ਸਿੱਖ ਹੈ ਨਾ, ਜਿਵੇਂ ਜੋਗੀ ਲੋਕ ਧਿਆਨ ਦੇ ਵਿੱਚ ਬੈਠਦੇ ਹੈ, ਧਿਆਨ ਦੇ ਵਿੱਚ ਮਗਨ ਹੁੰਦੇ ਹੈ, ਤਾਂ ਗੁਰੂ ਕੇ ਸਿੱਖ ਗੁਰਦਾਸੀ, ਦਾਸਾ ਭਾਵ ਧਾਰ ਕੇ ਗੁਰੂ ਦੀ ਸੇਵਾ ਕਰਦੇ ਹੈ। ਇਹੀ ਗੁਰਸਿੱਖਾਂ ਦਾ ਧਿਆਨ ਲਾਉਣਾ ਹੈ। ਸਾਧ ਸੰਗਤ ਗੁਰ ਗੁਫੈ ਬਹਿ, ਸਹਿਜ ਸਮਾਧ ਅਗਾਧ ਨਿਵਾਸੀ।
ਫਿਰ ਜੋਗੀ ਲੋਕ ਜਿਹੜੇ ਨੇ ਉਹ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਬਹਿ ਕੇ ਸਮਾਧੀ ਲਾਉਂਦੇ ਆ ਲੰਮਾ ਸਮਾਂ। ਪਹਾੜਾਂ ਦੀਆਂ ਜਿਹੜੀਆਂ ਕੰਦਰਾਂ ਗੁਫਾਵਾਂ ਉਹਨਾਂ ਵਿੱਚ ਬਹਿ ਜਾਂਦੇ ਆ, ਲੰਮਾ ਲੰਮਾ ਸਮਾਂ ਸਮਾਧੀ ਲਾਈ ਰੱਖਦੇ ਆ। ਗੁਰੂ ਕੇ ਸਿੱਖ ਜੋਗੀ ਦੀ ਕਿਹੜੀ ਸਮਾਧੀ ਹੈ? ਸਾਧ ਸੰਗਤ ਗੁਰ ਗੁਫੈ ਬਹਿ। ਸਾਧ ਸੰਗਤ ਰੂਪ ਗੁਫਾ ਵਿੱਚ ਬਹਿ ਕੇ ਤੇ ਅਗਾਧ ਪ੍ਰਭੂ ਦੇ ਵਿੱਚ ਡੂੰਘੀ ਸਮਾਧੀ ਲਾ ਕੇ ਨਿਵਾਸ ਰੱਖਦੇ ਹੈ ਗੁਰਸਿੱਖ ਜੋਗੀ। ਸਤਿਗੁਰੂ ਦੀ ਗੁਰੂ ਦੀ ਜੋ ਸਾਧ ਸੰਗਤ ਹੈ ਨਾ, ਇਹੀ ਗੁਫਾ ਹੈ। ਸਾਧ ਸੰਗਤ ਵਿੱਚ ਬੈਠਦੇ ਹੈ। ਸਹਿਜ ਸਮਾਧ ਅਗਾਧ ਨਿਵਾਸੀ, ਤੇ ਡੂੰਘੀ ਸਹਿਜ ਸਮਾਧੀ ਦੇ ਵਿੱਚ ਉਹ ਨਿਵਾਸੀ ਨਿਵਾਸ ਕਰਦੇ ਹੈ। ਹਉ ਮੈਂ ਰੋਗ ਅਰੋਗ ਹੋਏ, ਕਰ ਸੰਜੋਗ ਵਿਜੋਗ ਖਲਾਸੀ। ਗੁਰਸਿੱਖ ਹਉਮੈ ਦੇ ਰੋਗ ਤੋਂ ਅਰੋਗ ਹੋ ਗਏ, ਮਤਲਬ ਉਹਨਾਂ ਦਾ ਹਉਮੈ ਦਾ ਰੋਗ ਦੂਰ ਹੋ ਗਿਆ। ਕਰ ਸੰਜੋਗ ਵਿਜੋਗ ਖਲਾਸੀ। ਸੰਜੋਗ ਤੇ ਵਿਜੋਗ ਇਹਨਾਂ ਦੋਹਾਂ ਨੂੰ ਉਹ ਆਪਣੇ ਸੇਵਕ ਬਣਾ ਲੈਂਦੇ ਹੈ। ਖਲਾਸੀ ਦਾ ਅਰਥ ਇੱਥੇ ਸੇਵਕ ਹੈ। ਅਸਲ ਵਿੱਚ ਖਲਾਸੀ ਦਾ ਅਰਥ ਜਿਵੇਂ ਕਿਸੇ ਬੰਧਨ ਤੋਂ ਮੁਕਤ ਹੋਣਾ। ਜਦੋਂ ਬੰਦਰਗਾਹਾਂ 'ਤੇ ਜਿਹੜੇ ਜਹਾਜ਼ ਆ ਕੇ ਕਿਨਾਰੇ ਲੱਗਦੇ ਆ ਨਾ, ਅਤੇ ਉੱਥੇ ਜਿਹੜਾ ਉਹ ਕਰਮਚਾਰੀ ਹੁੰਦਾ, ਉਹ ਮੋਟਾ ਰੱਸਾ ਪਾ ਕੇ ਅਤੇ ਉੱਥੇ ਕਿੱਲੇ ਦੇ ਨਾਲ ਜਹਾਜ਼ ਨੂੰ ਬੰਨ੍ਹਣ ਵਾਲਾ, ਸਮੁੰਦਰੀ ਜਹਾਜ਼ ਨੂੰ, ਸ਼ਿਪ ਨੂੰ, ਵੀ ਉਹ ਸਮੁੰਦਰ ਦੀਆਂ ਲਹਿਰਾਂ ਦੇ ਨਾਲ ਹਿੱਲੇ ਨਾ, ਇੱਧਰ ਉੱਧਰ ਨਾ ਜਾਵੇ। ਤਾਂ ਉਹ ਜਿਹੜਾ ਰੱਸਾ ਕਿੱਲੇ ਦੇ ਨਾਲ ਬੰਨ੍ਹਣ ਵਾਲਾ, ਖੋਲ੍ਹਣ ਵਾਲਾ ਹੁੰਦਾ, ਉਹਨੂੰ ਅਸਲ ਵਿੱਚ ਖਲਾਸੀ ਕਹਿੰਦੇ ਹੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ ਵੀ ਜਿਹੜੇ ਸੰਜੋਗ ਅਤੇ ਵਿਜੋਗ, ਸੰਜੋਗ ਦਾ ਅਰਥ ਹੁੰਦਾ ਮਿਲਾਪ, ਵਿਜੋਗ ਦਾ ਅਰਥ ਹੁੰਦਾ ਵਿਛੋੜਾ, ਇਹਨਾਂ ਨੂੰ ਗੁਰਮੁਖਾਂ ਨੇ ਆਪਣੇ ਖਲਾਸੀ ਸੇਵਕ ਬਣਾਇਆ ਹੈ। ਸਾਧ ਸੰਗਤ ਗੁਰਮਤਿ ਸਾਬਾਸੀ। ਸਾਧ ਸੰਗਤ ਦੇ ਵਿੱਚੋਂ ਗੁਰੂ ਕੇ ਸਿੱਖ ਗੁਰਸਿੱਖਿਆ ਲੈਂਦੇ ਹੈ, ਗੁਰਮਤਿ ਨੂੰ ਗ੍ਰਹਿਣ ਕਰਦੇ ਹੈ, ਜਿਸ ਕਰਕੇ ਉਹਨਾਂ ਨੂੰ ਲੋਕ ਪਰਲੋਕ ਵਿੱਚ ਸ਼ਾਬਾਸ਼ ਮਿਲਦੀ ਹੈ। ਬਹਾਦਰੀ, ਵੱਡੀ ਬਹਾਦਰੀ ਹੈ ਗੁਰੂ ਦਾ ਹੁਕਮ ਕਮਾ ਲੈਣਾ। ਸੋ ਉਹਨਾਂ ਦੀ ਲੋਕ ਪਰਲੋਕ ਦੇ ਵਿੱਚ ਇੱਜ਼ਤ ਹੁੰਦੀ ਹੈ, ਸ਼ਾਬਾਸ਼ੀ ਉਹਨਾਂ ਨੂੰ ਮਿਲਦੀ ਹੈ। ਅਗਲੀ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਜਿਹੜਾ ਗੁਰੂ ਚਰਨਾਂ ਦੇ ਨਾਲ ਪ੍ਰੇਮ ਕਰਦਾ ਹੋਇਆ ਸਾਧ ਸੰਗਤ ਦੇ ਵਿੱਚ ਆਉਂਦਾ ਹੈ, ਉਹਨੂੰ ਵਾਹਿਗੁਰੂ ਦੇ ਦਰਸ਼ਨ ਹੁੰਦੇ ਹੈ। ਉਹ ਖਲਕਤ ਦੇ ਵਿੱਚੋਂ ਖਾਲਕ ਦੇ ਦੀਦਾਰ ਕਰ ਲੈਂਦਾ ਹੈ। ਲੱਖ ਬ੍ਰਹਮੇ ਲੱਖ ਵੇਦ ਪੜ੍ਹ, ਨੇਤ ਨੇਤ ਕਰ ਕਰ ਸਭ ਥੱਕੇ। ਲੱਖਾਂ ਹੀ ਬ੍ਰਹਮੇ, ਲੱਖਾਂ ਹੀ ਵੇਦਾਂ ਨੂੰ ਪੜ੍ਹ ਪੜ੍ਹ ਕੇ ਥੱਕ ਗਏ। ਨੇਤ ਨੇਤ ਕਹਿ ਕਹਿ ਕੇ ਪਰਮਾਤਮਾ ਨੂੰ ਉਹ ਥੱਕ ਗਏ, ਪਰ ਪ੍ਰਭੂ ਦਾ ਉਹਨਾਂ ਨੂੰ ਦਰਸ਼ਨ ਨਹੀਂ ਹੋਇਆ। ਨਾ ਤੂੰ ਆਵਹਿ ਵਸ ਵੇਦ ਪੜ੍ਹਾਵਣੇ। ਵੇਦਾਂ ਨੂੰ ਪੜ੍ਹਿਆ ਪੜ੍ਹਾਇਆ ਤਾਂ ਵੀ ਪ੍ਰਭੂ ਵਸ ਵਿੱਚ ਨਹੀਂ ਆਉਂਦਾ। ਮਹਾਦੇਵ ਅਵਧੂਤ ਲੱਖ, ਜੋਗ ਧਿਆਨ ਉਣੀਂਦੈ ਅੱਕੇ। ਮਹਾਦੇਵ ਸ਼ਿਵ ਜੀ ਅਵਧੂਤ ਲੱਖ, ਸ਼ਿਵ ਜੀ ਵਰਗੇ ਲੱਖਾਂ ਹੀ ਅਵਧੂਤ, ਲੱਖਾਂ ਹੀ ਜੋਗੀ, ਉਹ ਜੋਗ ਦੇ ਧਿਆਨ ਦੇ ਵਿੱਚ ਜਾਗਰਣ ਕਰ ਕਰਕੇ ਅੱਕ ਗਏ। ਅੱਕੇ, ਉਣੀਂਦੈ ਦਾ ਭਾਵ ਉਨੀਂਦਰਾ, ਵੀ ਜਾਗਣਾ, ਲੰਮਾ ਸਮਾਂ ਜਾਗਣਾ। ਉਹ ਜਿਹੜੇ ਸ਼ਿਵ ਜੀ ਵਰਗੇ ਲੱਖਾਂ ਹੀ ਜੋਗੀ ਜੋਗ ਦੇ ਵਿੱਚ ਧਿਆਨ ਲਾ ਲਾ ਕੇ ਜਾਗਰਣ ਕਰ ਕਰਕੇ ਅੱਕ ਗਏ, ਪਰ ਪ੍ਰਭੂ ਦੇ ਨਾਲ ਮੇਲ ਨਹੀਂ ਹੋਇਆ, ਪ੍ਰਭੂ ਦਾ ਦਰਸ਼ਨ ਉਹਨਾਂ ਨੂੰ ਨਹੀਂ ਹੋਇਆ। ਲੱਖ ਬਿਸਨ ਅਵਤਾਰ ਲੈ, ਗਿਆਨ ਖੜਗ ਫੜ ਪਹੁੰਚ ਨਾ ਸਕੇ। ਲੱਖਾਂ ਹੀ ਵਿਸ਼ਨੂੰ, ਪਰਮੇਸ਼ਰ ਦੀ ਰਚਨਾ ਬੜੀ ਬੇਅੰਤ ਹੈ। ਸਨਾਤਨ ਮਤ ਵਾਲੇ ਇੱਕ ਵਿਸ਼ਨੂੰ ਕਹਿੰਦੇ ਹੈ, ਉਹਦੇ ਅੱਗੇ 24 ਅਵਤਾਰ ਮੰਨਦੇ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਲੱਖਾਂ ਹੀ ਵਿਸ਼ਨੂੰ, ਲੱਖਾਂ ਹੀ ਵਰਾਂ ਅਵਤਾਰ ਲੈ ਕੇ ਗਿਆਨ ਖੜਗ ਫੜ, ਗਿਆਨ ਦੀ ਖੜਗ ਤਲਵਾਰ ਉਹਨਾਂ ਨੇ ਹੱਥ ਵਿੱਚ ਫੜੀ
ਪਹੁੰਚ ਨਾ ਸਕੇ, ਫਿਰ ਵੀ ਉਹ ਰੱਬ ਤੱਕ, ਪਰਮੇਸ਼ਰ ਤੱਕ ਪਹੁੰਚ ਨਹੀਂ ਸਕੇ। ਜੇ ਹਿਰਦਾ ਪ੍ਰੇਮ ਤੋਂ ਖਾਲੀ ਹੈ ਤੇ ਉਹ ਗਿਆਨ ਕਿਸੇ ਕੰਮ ਨਹੀਂ, ਜਿੰਨਾ ਮਰਜ਼ੀ ਗਿਆਨ ਹੋਵੇ, ਉਹ ਖੁਸ਼ਕ ਗਿਆਨ ਹੈ। ਸੋ ਗਿਆਨ ਵੀ ਉਦੋਂ ਹੀ ਕੰਮ ਦਿੰਦਾ ਹੈ ਜੇ ਹਿਰਦੇ ਵਿੱਚ ਪ੍ਰੇਮ ਹੋਵੇ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਲੱਖਾਂ ਵਿਸ਼ਨੂੰ ਅਵਤਾਰ ਲੈ ਕੇ ਗਿਆਨ ਦੀ ਤਲਵਾਰ ਫੜ ਕੇ ਰੱਬ ਤੱਕ ਨਹੀਂ ਪਹੁੰਚ ਸਕੇ। ਲੱਖ ਲੋਮਸ ਚਿਰ ਜੀਵਣੇ, ਆਦ ਅੰਤ ਵਿੱਚ ਧੀਰਕ ਧੱਕੇ। ਲੱਖਾਂ ਹੀ ਲੋਮਸ਼ ਰਿਸ਼ੀ ਵਰਗੇ ਜਿਹੜੇ ਚਿਰ ਜੀਵਣੇ ਸਨ। ਲੋਮਸ਼ ਰਿਸ਼ੀ ਹੋਇਆ, ਉਹਦੀ ਉਮਰ ਬੜੀ ਲੰਮੀ ਹੋਈ ਹੈ। ਭਾਈ ਸਾਹਿਬ ਜੀ ਕਹਿੰਦੇ ਲੋਮਸ਼ ਰਿਸ਼ੀ ਵਰਗੇ ਲੱਖਾਂ ਹੀ ਲੰਮੀਆਂ ਉਮਰਾਂ ਨੂੰ ਹਟਾਉਣ ਵਾਲੇ, ਸ਼ੁਰੂ ਤੋਂ ਲੈ ਕੇ ਅੰਤ ਤੱਕ ਧੀਰਜ ਦੇ ਵਿੱਚ ਰਹੇ ਤੇ ਉਹਨਾਂ ਨੂੰ ਧੱਕੇ ਹੀ ਪਏ ਹੈ। ਲੰਮੀ ਉਮਰ ਦੇ ਨਾਲ ਵੀ ਮਾਲਕ ਦੀ ਪ੍ਰਸੰਨਤਾ ਨਹੀਂ ਮਿਲੀ। ਤਿੰਨ ਲੋ ਜੁਗ ਚਾਰ ਕਰ, ਲੱਖ ਬ੍ਰਹਿਮੰਡ ਖੰਡ ਕਰ ਢੱਕੇ। ਤਿੰਨ ਲੋਕ ਤੇ ਚਾਰ ਯੁਗ ਪਰਮੇਸ਼ਰ ਨੇ ਬਣਾਏ। ਲੱਖ ਬ੍ਰਹਿਮੰਡ ਖੰਡ ਕਰ ਢੱਕੇ। ਲੱਖਾਂ ਹੀ ਬ੍ਰਹਿਮੰਡ ਤੇ ਵੱਖੋ ਵੱਖਰੇ ਖੰਡ ਜਿਹੜੇ ਧਰਤੀ ਦੇ, ਉਹ ਪੈਦਾ ਕਰਕੇ ਬਣਾ ਕੇ ਪਰਮਾਤਮਾ ਨੇ ਢੱਕੇ, ਭਾਵ ਆਪਣੇ ਹੱਥਾਂ ਦੇ ਨਾਲ ਉਹਨੂੰ ਢੱਕਿਆ ਹੈ, ਆਪਣੇ ਅਧੀਨ, ਆਪਣੇ ਵਸ ਵਿੱਚ ਰੱਖਿਆ ਹੈ। ਤਿੰਨੇ ਲੋਕ, ਲੱਖਾਂ ਹੀ ਬ੍ਰਹਿਮੰਡ, ਵੱਖਰੇ ਵੱਖਰੇ ਖੰਡ, ਇਹ ਸਾਰਾ ਕੁਝ ਪਰਮਾਤਮਾ ਨੇ ਆਪਣੇ ਅਧੀਨ, ਆਪਣੇ ਵਸ ਵਿੱਚ ਰੱਖਿਆ ਹੋਇਆ ਹੈ। ਲੱਖ ਪਰਲੋ ਉਤਪਤ ਲੱਖ, ਹਰ ਹਟ ਮਾਲਾ ਅੱਖ ਫਰਕੇ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਲੱਖਾਂ ਪਰਲੋ ਤੇ ਲੱਖਾਂ ਹੀ ਉਤਪੱਤੀਆਂ ਹਰਟ ਦੀਆਂ ਟਿੰਡਾਂ ਵਾਂਗੂ ਪਰਮਾਤਮਾ ਦੇ ਅੱਖ ਫਰਕਣ ਦੇ ਸਮੇਂ ਵਿੱਚ ਹੋ ਰਹੀਆਂ ਨੇ। ਉਹ ਐਡਾ ਬੇਅੰਤ, ਉਹਦਾ ਸਮਾਂ ਵੀ ਐਡਾ ਲੰਮਾ ਹੈ। ਉਤਪੱਤ ਦਾ ਮਤਲਬ ਜਦੋਂ ਸੰਸਾਰ ਦੀ ਉਤਪੱਤੀ ਹੋਈ ਹੈ, ਦੁਨੀਆ ਬਣੀ, ਇੱਥੇ ਜੀਵਨ ਚੱਲਿਆ, ਵੱਖ ਵੱਖ ਜੂਨਾਂ ਪ੍ਰਭੂ ਨੇ ਪੈਦਾ ਕੀਤੀਆਂ। ਤੇ ਪਰਲੋ ਕਹਿੰਦੇ ਆ ਜਦੋਂ ਸਾਰਾ ਕੁਝ ਇੱਕਦਮ ਨਾਸ਼ ਹੋ ਜਾਣਾ। ਕਦੇ ਪਾਣੀ ਦੀ ਪਰਲੋ ਆ ਜਾਂਦੀ ਹੈ, ਜਿਵੇਂ ਸੁਨਾਮੀ ਹੁੰਦੀ ਹੈ, ਕਦੇ ਅਗਨੀ ਦੀ ਪਰਲੋ ਆ ਜਾਂਦੀ ਹੈ, ਅੱਗ, ਜਦੋਂ ਸਾਰਾ ਕੁਝ ਖਤਮ ਹੋ ਜਾਣਾ ਉਸ ਨੂੰ ਪਰਲੋ ਕਹਿੰਦੇ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਪਰਮਾਤਮਾ ਦੇ ਇੱਕ ਅੱਖ ਫਰਕਣ ਦੇ ਸਮੇਂ ਵਿੱਚ ਲੱਖਾਂ ਹੀ ਪਰਲੋ ਤੇ ਲੱਖਾਂ ਉਤਪੱਤੀਆਂ ਹਰਟ ਦੀਆਂ ਜਿਹੜੀਆਂ ਮਾਲਾ ਟਿੰਡਾਂ ਹੁੰਦੀਆਂ ਉਹਦੇ ਵਾਂਗ ਹੋ ਰਹੀਆਂ ਨੇ। ਸਾਧ ਸੰਗਤ ਆਸ਼ਕ ਹੋਏ ਤੱਕੇ। ਜਿਹੜਾ ਸਾਧ ਸੰਗਤ ਵਿੱਚ ਆਸ਼ਕ ਹੋ ਕੇ ਆਉਂਦਾ ਹੈ, ਪ੍ਰੇਮੀ। ਆ ਦੁਨੀਆ ਦੇ ਆਸ਼ਕ ਤਾਂ ਝੂਠੇ ਹੈ ਨਾ, ਜਿਨ੍ਹਾਂ ਨੇ ਸੱਚੀ ਗੁਰੂ ਦੇ ਨਾਲ ਇਸ਼ਕ ਕੀਤਾ ਹੈ। ਇਸ਼ਕ ਹਕੀਕੀ ਹੈ, ਜਿਨ੍ਹਾਂ ਦੇ ਕੋਲ ਇਸ਼ਕ ਮਿਜਾਜੀ ਨਹੀਂ। ਤੇ ਗੁਰੂ ਦੇ ਨਾਲ ਇਸ਼ਕ ਕਰਨ ਵਾਲੇ ਆਪਾਂ ਕੁਰਬਾਨ ਕਰ ਦਿੰਦੇ ਆ, ਗੁਰੂ ਤੋਂ ਪਿੱਛੇ ਨਹੀਂ ਹਟਦੇ। ਸਿੱਖੀ ਦੇ ਨਾਲ ਜਿਨ੍ਹਾਂ ਦਾ ਪ੍ਰੇਮ ਹੈ, ਸਿੱਖੀ ਦੇ ਨਾਲ ਜਿਹੜੇ ਇਸ਼ਕ ਕਰਦੇ ਹੈ, ਅਸੀਂ ਤਵਾਰੀਖ ਵਿੱਚ ਪੜ੍ਹਦੇ ਹਾਂ, ਕਿਤੇ ਖੋਪਰ ਲੈ ਰਿਹਾ ਹੈ, ਕਿਤੇ ਜੰਡਾਂ ਨਾਲ ਬੰਨ੍ਹ ਕੇ ਸਾੜੇ ਜਾ ਰਹੇ ਹੈ, ਕਦਮ ਨਹੀਂ ਪਿੱਛੇ ਹਟਾਇਆ, ਚਰਖੜੀਆਂ 'ਤੇ ਚਾੜ੍ਹਿਆ, ਫਿਰ ਵੀ ਪਿੱਛੇ ਨਹੀਂ ਹਟੇ। ਅਤੇ ਨਿੱਤ ਆਪਾਂ ਅਰਦਾਸ ਵਿੱਚ ਉਹਨਾਂ ਨੂੰ ਚੇਤੇ ਕਰਦੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਤਿਹਾਸ ਜਿਹੜੀ ਅਰਦਾਸ ਹੈ ਨਾ, ਸਾਰਾ ਹੀ ਸਿੱਖ ਇਤਿਹਾਸ, ਗੁਰ ਇਤਿਹਾਸ ਅਰਦਾਸ ਦੇ ਵਿੱਚ ਹੈ। ਅਕਾਲ ਪੁਰਖ ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਸਾਹਿਬ, ਦਸੇ ਪਾਤਸ਼ਾਹੀਆਂ, 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ, ਫਿਰ ਸਾਰਾ ਇਤਿਹਾਸ, ਗੁਰ ਧਾਮ, ਸਿੱਖਾਂ ਦੀ ਕਮਾਈ, ਦਾਤਾਂ ਮੰਗਣੀਆਂ,
ਜਿਹੜੇ ਵਿਛੜੇ ਗੁਰਧਾਮ ਉਹਨਾਂ ਦੀ ਸੇਵਾ ਸੰਭਾਲ ਦੀ ਅਰਦਾਸ। ਜੇ ਅਰਦਾਸ ਦੀ ਵਿਸਥਾਰ ਦੇ ਨਾਲ ਵਿਆਖਿਆ ਕਰਨੀ ਹੋਵੇ ਸਾਲ ਤੋਂ ਉੱਤੇ ਲੱਗ ਜਾਣਾ। 5 ਮਿੰਟਾਂ 'ਚ ਅਰਦਾਸ ਹੁੰਦੀ ਗੁਰੂ ਚਰਨਾਂ ਵਿੱਚ। ਨਿੱਤ ਸਿੱਖ ਨੂੰ ਇਹ ਚੇਤੇ ਕਰਾਇਆ ਜਾਂਦਾ ਹੈ ਵੀ ਅਰਦਾਸ ਦੇ ਵਿੱਚ ਜਦੋਂ ਇਕਾਗਰ ਚਿੱਤ ਹੋ ਕੇ ਖਲੋਂਦਾ ਉਹਦੀ ਸੁਰਤ ਉਵੇਂ ਉਵੇਂ ਹੀ ਸਫ਼ਰ ਕਰੇ, ਸਦਾ ਹੀ ਚੇਤਾ ਰਹੇ। ਤਾਂ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਆ ਜਿਹੜੇ ਸੱਚੇ ਆਸ਼ਿਕ ਨੇ, ਸਾਧ ਸੰਗਤ ਆਸ਼ਿਕ ਹੋਏ ਤੱਕੇ, ਜਿਹੜੇ ਸੱਚੇ ਆਸ਼ਿਕ ਨੇ ਗੁਰੂ ਦੇ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਰਮੇਸ਼ਰ ਦਾ ਪਿਆਰ ਹੈ, ਉਹ ਮਾਲਕ ਪਰਮਾਤਮਾ ਨੂੰ ਸਾਧ ਸੰਗਤ ਦੇ ਵਿੱਚੋਂ ਤੱਕੇ ਤੱਕਦੇ ਹੈ। ਉਹਨਾਂ ਨੂੰ ਬੇਅੰਤ ਪ੍ਰਭੂ ਦੇ ਦਰਸ਼ਨ ਹੁੰਦੇ ਹੈ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਲੱਖ ਪਰਲੋ ਉਤਪਤ ਲਖ, ਹਰ ਹਟ ਮਾਲਾ ਅੱਖ ਫਰਕੇ, ਸਾਧ ਸੰਗਤ ਆਸ਼ਕ ਹੋਏ ਤੱਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।